ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਖਬਰ ਪੜਤਾਲ ਦਾ ਖਾਸ ਪ੍ਰੋਗਰਾਮ, ਜਿਸ ਦੇ ਵਿੱਚ ਪੰਜਾਬ ਦੇ ਖਾਸ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ। ਕਿਸਾਨ ਜਥੇਬੰਦੀਆਂ ਦਾ ਦਿੱਲੀ ਧਰਨਾ ਪ੍ਰਦਰਸ਼ਨ 26 ਨਵੰਬਰ ਨੂੰ ਹੈ। ਅੱਜ 25 ਨਵੰਬਰ ਹੋ ਚੁੱਕੀ ਹੈ ਤੇ ਅੱਜ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਵੱਲ ਚਾਲੇ ਪਾ ਦਿੱਤੇ ਨੇ। ਕਈ ਜਥੇਬੰਦੀਆਂ ਤੁਰ ਵੀ ਚੁੱਕੀਆਂ ਨੇ ਤੇ ਕਈਆਂ ਨੇ ਜੋ ਬਾਰਡਰ ਦੇ ਨੇੜੇ ਦੇ ਇਲਾਕਿਆਂ 'ਚ ਨੇ ਉਹਨਾਂ ਨੇ ਅੱਜ ਤੁਰ ਪੈਣਾ। ਸੋ ਇਸ ਤੋਂ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਬਿਆਨ ਆਉਂਦਾ ਹੈ ਕਿ ਸਰਹੱਦਾਂ ਸੀਲ ਕਰ ਦਿੱਤੀਆਂ ਜਾਣਗੀਆਂ ਹਰਿਆਣੇ ਦੀਆਂ, ਤਾਂ ਜੋ ਹਰਿਆਣੇ ਦੇ ਵਿੱਚ ਮਹਾਮਾਰੀ ਦੇ ਚੱਲਦਿਆਂ ਇਕੱਠ ਨਾ ਹੋ ਸਕੇ। ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੂੰ ਰੋਕਿਆ ਜਾ ਸਕਦਾ ਹੈ ਤੇ ਵੱਡੀ ਚਰਚਾ ਹੋ ਸਕਦੀ ਹੈ ਇਸ ਦੇ ਉੱਤੇ। ਸਭ ਤੋਂ ਪਹਿਲਾਂ ਡੱਲਾ ਜੀ ਦਾ ਸਵਾਗਤ ਕਰਦੇ ਹਾਂ ਤੇ ਇਸ ਫੈਸਲੇ ਤੋਂ ਬਾਅਦ ਜੋ ਵੱਡੇ ਸਵਾਲ ਖੜੇ ਹੋਏ ਨੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਵੀ ਲਵਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਸਾਰਿਆਂ ਦਾ ਜੀ। ਗਗਨ ਜੀ ਤੁਹਾਡਾ ਵੀ। ਡੱਲਾ ਜੀ, ਕਿਸਾਨ ਜਥੇਬੰਦੀਆਂ ਦੇ 26 ਨਵੰਬਰ ਦੇ ਧਰਨੇ ਦੇ ਵਿੱਚ ਮੈਂ ਕਹਿੰਦਾ ਕਿ ਸਿਰਫ ਅੱਜ ਰਾਤ ਦਾ ਸਮਾਂ ਬਾਕੀ ਹੈ ਤੇ 26 ਨਵੰਬਰ ਸ਼ੁਰੂ ਹੋ ਜਾਣੀ ਹੈ। ਉਸ ਤੋਂ ਪਹਿਲਾਂ ਹੀ ਮਨੋਹਰ ਲਾਲ ਖੱਟੜ ਹੋਣਾ ਦਾ ਬਿਆਨ ਆ ਜਾਂਦਾ ਹੈ। ਕਿਸ ਤਰ੍ਹਾਂ ਦੇਖੋ, ਇਹ ਜਿਹੜਾ ਬਿਆਨ ਆਇਆ ਮਨੋਹਰ ਲਾਲ ਖੱਟੜ ਦਾ ਜੀ, ਇਹ ਪਹਿਲਾਂ ਹੀ ਸ਼ੰਕੇ ਸੀਗੇ, ਕਿਸਾਨਾਂ ਨੂੰ ਵੀ ਸੀ, ਸਾਨੂੰ ਵੀ ਸੀ ਗਗਨ ਜੀ, ਆਪਾਂ ਨੂੰ ਸਾਰਿਆਂ ਨੂੰ ਸੀ। ਪਿਛਲੀ ਵਾਰੀ ਵੀ ਜਦੋਂ ਸਾਡੇ ਕਿਸਾਨਾਂ ਨੇ ਦਿੱਲੀ ਜਾਣਾ ਸੀ ਤੇ ਜਾਮ ਕਰਤਾ ਸੀ, ਉਹਨਾਂ ਨੇ ਨਹੀਂ ਲੰਘਣ ਦਿੱਤਾ ਗਿਆ ਸੀ, ਰਸਤਾ ਨਹੀਂ ਸੀ ਦਿੱਤਾ ਗਿਆ। ਹੁਣ ਦੇਖੋ, ਕਿਉਂਕਿ ਮੌਕਾ ਮਹਾਮਾਰੀ ਫੈਲੀ ਹੋਈ ਹੈ, ਰਾਜਸਥਾਨ 'ਚ ਵੀ ਹੈ, ਦਿੱਲੀ 'ਚ ਵੀ ਹੈ, ਹਰਿਆਣੇ 'ਚ ਵੀ ਹੈ, ਪੰਜਾਬ 'ਚ ਵੀ ਹੈ। ਇੱਕ ਗੱਲ ਅਜਿਹੀ ਸਾਹਮਣੇ ਰੱਖ ਦਿੰਦੀਆਂ ਨੇ ਦੂਜੀਆਂ ਸਰਕਾਰਾਂ, ਦਿੱਲੀ ਵਾਲੇ ਵੀ ਕਹੀ ਜਾਂਦੇ ਆ ਕਿ ਸਾਡੇ ਬਹੁਤ ਜ਼ਿਆਦਾ ਇੱਥੇ ਮਹਾਮਾਰੀ ਫੈਲੀ ਹੋਈ ਹੈ। ਹੁਣ ਉਹੀ ਗੱਲ ਮਨੋਹਰ ਲਾਲ ਖੱਟੜ ਉਹਨਾਂ ਨੇ ਕਹਿਤੀ। ਉਹ ਕਹਿੰਦੇ ਇੱਕ ਤਾਂ ਸਾਡੇ ਕਿਸਾਨ ਗੁੰਮਰਾਹ ਨਾ ਹੋਣ, ਇੱਕ ਅਮਨ ਤੇ ਕਾਨੂੰਨ ਦੀ ਸਥਿਤੀ ਨਾ ਵਿਗੜੇ, ਇੱਕ ਕਿਤੇ ਲੋਕ ਜ਼ਿਆਦਾ ਬਿਮਾਰੀ ਦੀ ਚਪੇਟ 'ਚ ਨਾ ਆ ਜਾਣ। ਉਹ ਕਹਿੰਦੇ ਸੁਰੱਖਿਆ ਕਾਰਨਾਂ ਕਰਕੇ ਅਸੀਂ, ਉਹਨਾਂ ਨੇ ਇਕੱਲੇ ਪੰਜਾਬ ਨਾਲ ਨਹੀਂ ਕੀਤਾ। ਦੇਖੋ, ਉਹ ਕਹਿੰਦੇ ਪੰਜਾਬ, ਯੂਪੀ, ਰਾਜਸਥਾਨ, ਦਿੱਲੀ, ਇਹ ਸਾਰਿਆਂ ਦੀਆਂ ਸੀਮਾਵਾਂ ਨੂੰ ਅਸੀਂ ਸੁਰੱਖਿਅਤ ਰੱਖਣ ਲਈ ਸਖਤੀ ਕਰ ਸਕਦੇ ਹਾਂ। ਇਸ ਤਰੀਕੇ ਦਾ ਸੁਨੇਹਾ, ਮਤਲਬ ਅਸਿੱਧੇ ਤੌਰ 'ਤੇ ਮੰਨਿਆ ਜਾਵੇ ਕਿ ਕਿਉਂਕਿ ਕਿਸਾਨਾਂ ਨੇ ਸਾਰੇ ਪਾਸਿਓਂ ਆਉਣਾ। ਦੇਖੋ, ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਪਹੁੰਚਣਾ। ਉਹਨਾਂ ਦਾ ਤਾਂ ਅੰਦੋਲਨ ਬੜਾ ਪੁਰਾਣਾ ਐਲਾਨਿਆ ਹੋਇਆ ਨਾ ਜੀ। ਉਹ ਤਾਂ ਜਦੋਂ ਦਿੱਲੀ 'ਚ ਮੀਟਿੰਗ ਕਰਕੇ ਆਏ ਨੇ, ਉਸ ਤੋਂ ਵੀ ਪਹਿਲਾਂ ਦਾ ਐਲਾਨ ਕੀਤਾ ਹੋਇਆ। ਹੁਣ ਅੱਜ ਨਵੀਂ ਗੱਲ ਵੀ ਆ ਗਈ, ਕਹਿੰਦੇ 3 ਦਸੰਬਰ ਨੂੰ ਅਸੀਂ ਫੇਰ ਮੀਟਿੰਗ ਕਰ ਸਕਦੇ ਹਾਂ, ਸੱਦਾ ਦਿੱਤਾ ਕਿਸਾਨਾਂ ਨੂੰ। ਪੰਜਾਬ ਦੇ ਮੰਤਰੀ ਨੇ ਜਿਹੜੇ ਪੰਜਾਬ ਦੇ ਕੋਟੇ 'ਚੋਂ ਕੇਂਦਰ 'ਚ ਸੋਮ ਪ੍ਰਕਾਸ਼, ਉਹਨਾਂ ਦਾ ਬਿਆਨ ਵੀ ਆਇਆ। ਉਹ ਅੱਜ ਖੇਤੀਬਾੜੀ ਮੰਤਰੀ ਨੂੰ ਕੱਲ੍ਹ ਮਿਲੇ ਵੀ ਸੀ। ਉਹ ਕਹਿੰਦੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ, ਉਹ ਆਪਣੇ ਅੰਦੋਲਨ ਨੂੰ ਥੋੜ੍ਹਾ ਜਿਹਾ ਸੰਕੇਤਕ ਕਰ ਲੈਣ, ਦਿੱਲੀ ਨਾ ਆਉਣ। ਦੇਖੋ, ਸਰਕਾਰ ਨੂੰ ਪਹਿਲਾਂ ਯਤਨ ਕਰਨੇ ਚਾਹੀਦੇ ਸੀ। ਸਰਕਾਰ ਨੇ ਅਗਰ ਉਸ ਵੇਲੇ ਮਾਲ ਗੱਡੀਆਂ ਚਲਾ ਦਿੱਤੀਆਂ ਹੁੰਦੀਆਂ, ਜਦੋਂ ਕਿਸਾਨਾਂ ਨੇ ਰੇਲ ਲਾਈਨਾਂ ਖਾਲੀ ਕਰਤੀਆਂ ਸੀ, ਸਰਕਾਰ ਨੇ ਜ਼ਿੱਦ ਨਾ ਕੀਤੀ ਹੁੰਦੀ ਤੇ ਕਿਸਾਨ ਵੀ ਥੋੜੇ ਢੈਲੇ ਹੁੰਦੇ, ਵੀ ਚਲੋ ਰੇਲਾਂ ਚਲਾ ਦਿੰਦੇ, ਕਿਸਾਨਾਂ ਨਾਲ ਮੀਟਿੰਗ ਕਰਦੇ, ਗੱਲਬਾਤ ਦਾ ਸਿਲਸਿਲਾ ਅੱਗੇ ਕਰਦੇ। ਉਦੋਂ ਸਰਕਾਰ ਅੜੀ ਰਹੀ ਵੀ ਨਹੀਂ, ਜਦ ਤੱਕ ਤੁਸੀਂ ਪੈਸੇਂਜਰ ਨਹੀਂ ਸਾਨੂੰ ਚਲਾਉਣ ਦਿੰਦੇ, ਉਨੀ ਦੇਰ ਤੱਕ ਅਸੀਂ ਮਾਲ ਗੱਡੀਆਂ ਨਹੀਂ ਚਲਾਉਣੀਆਂ। ਕਿਸਾਨਾਂ ਨੇ 15 ਦਿਨ ਦਾ ਅਲਟੀਮੇਟਮ ਦਿੱਤਾ। ਹੁਣ ਕਿਸਾਨ ਤਾਂ ਟਰਾਲੀਆਂ 'ਚ ਰਾਸ਼ਨ ਭਰੀ ਜਾਂਦੇ ਨੇ, ਉੱਥੇ ਸਾਡੀਆਂ ਬਜ਼ੁਰਗ ਬੀਬੀਆਂ, ਮਾਤਾਵਾਂ ਕੱਪੜੇ ਤਿਆਰ ਕਰਕੇ ਦੇਤੇ, ਬੈਗ ਭਰਤੇ। ਕਿਸਾਨ ਤਾਂ ਸਾਡੇ ਕਈ, ਮੈਨੂੰ ਇੱਥੋਂ ਤੱਕ ਵੀ ਲੱਗਦਾ ਗਗਨ, ਕਈ ਤਾਂ ਚਲੇ ਗਏ ਹੋਣੇ ਨੇ ਜੀ। ਹੈਂ ਜੀ, ਕਈ ਕਿਸਾਨ ਸਾਡੇ ਚਲੇ ਗਏ ਹੋਣੇ ਨੇ, ਤਾਂ ਹੁਣ 26 ਨੂੰ ਹੀ ਦਿਖਣਗੇ ਆਪਣਾ ਪ੍ਰੋਟੈਸਟ ਕਰਦੇ ਹੋਏ। ਹਾਂ, ਇਹ ਅਪੀਲ ਵੀ ਹੈ, ਬੇਨਤੀ ਵੀ ਹੈ ਔਰ ਆਸ ਵੀ ਹੈ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਹੋਊਗਾ, ਜਿਵੇਂ ਅੱਜ ਤੱਕ ਰਿਹਾ। ਕਿੰਨਾ ਸਮਾਂ ਹੋ ਗਿਆ, 40-50 ਦਿਨ ਹੋਣ ਵਾਲੇ ਨੇ, ਅੱਜ ਤੱਕ ਸ਼ਾਂਤਮਈ ਰਿਹਾ, ਕੋਈ ਹਿੰਸਾ ਨਹੀਂ ਕਿਸਾਨਾਂ ਨੇ ਕੀਤੀ ਔਰ ਅੱਗਿਓਂ ਵੀ ਨਹੀਂ ਕਰਨਗੇ। ਹੁਣ ਇਹ ਸਰਕਾਰਾਂ ਦੀ ਕਾਬਲੀਅਤ ਤਾਂ ਦੇਖਣ ਵਾਲੀ ਹੈ ਕਿ ਸਰਕਾਰ ਕਿਵੇਂ ਇਸ ਮਸਲੇ ਨੂੰ ਨਿਬੇੜਦੀ ਹੈ। ਦੇਖੋ, ਮੈਂ ਤਾਂ ਅੱਗੇ ਵੀ ਸੁਝਾਅ ਦਿੱਤਾ ਸੀ ਕਿ ਕਿਸਾਨਾਂ ਨੂੰ ਸੁਪਰੀਮ ਕੋਰਟ ਹੀ ਚਲੇ ਜਾਣਾ ਚਾਹੀਦਾ ਕਿ ਸਾਨੂੰ ਸ਼ਾਂਤੀਪੂਰਵਕ ਅੰਦੋਲਨ ਕਰਨ ਦਾ ਸਾਡਾ ਹੱਕ ਬਹਾਲ ਕਰੋ। ਸੁਪਰੀਮ ਕੋਰਟ ਹਦਾਇਤਾਂ ਕਰਦੀ ਸਰਕਾਰ ਨੂੰ। ਹੁਣ ਭਗਵੰਤ ਮਾਨ ਹੁਣੀ ਕਹਿੰਦੇ ਸੀ ਵੀ ਅਸੀਂ ਸਵਾਗਤ ਕਰਾਂਗੇ ਦਿੱਲੀ 'ਚ। ਹੁਣ ਇਹ ਵੀ ਪਤਾ ਲੱਗ ਜਾਊਗਾ ਵੀ ਇਹ ਮਾਸਕ ਵੰਡਦੇ ਨੇ ਕਿਸਾਨਾਂ ਨੂੰ, ਇਹ ਕਿਵੇਂ ਸਵਾਗਤ ਕਰਨਗੇ, ਇਹ ਵੀ ਨਜ਼ਰ ਆ ਜਾਊਗਾ ਹੁਣ ਕਿ ਦਿੱਲੀ ਪਹੁੰਚ ਸਕਣਗੇ ਸਾਡੇ ਕਿਸਾਨ, ਜਿਹੜੇ ਪਹੁੰਚਣਗੇ ਉਹਨਾਂ ਦਾ ਸਵਾਗਤ ਕਿਵੇਂ ਹੁੰਦਾ, ਇਹ ਵੀ ਦੇਖਣ ਵਾਲੀ ਗੱਲ ਰਹੂਗੀ। ਤੇ ਜੇ ਹਰਿਆਣੇ ਨੇ ਸਾਰੀਆਂ ਸਰਹੱਦਾਂ ਤੇ ਜਾਮ ਲਾਤੇ, ਫੌਜ ਲਾਤੀ, ਪੁਲਿਸ ਲਾਤੀ, ਮਾਫ ਕਰਨਾ ਪੁਲਿਸ ਲਾਤੀ, ਕਿਸਾਨਾਂ ਨੂੰ ਨਾ ਜਾਣ ਦਿੱਤਾ, ਕਿਸਾਨਾਂ ਨੇ ਗਗਨ ਉੱਥੇ ਬਹਿ ਜਾਣਾ ਸਾਰੇ ਪਾਸਿਓਂ, ਦੇਸ਼ ਭਰ ਦੇ ਕਿਸਾਨਾਂ ਨੇ। ਬਿਲਕੁਲ, ਕਿਸਾਨ ਤਾਂ ਕਹੀ ਜਾ ਰਹੇ ਨੇ, ਇਹ ਨਵੀਂ ਗੱਲ ਨਹੀਂ ਵੀ ਅੱਜ ਕਹਿ ਰਹੇ ਨੇ। ਕਿਸਾਨ 15 ਦਿਨਾਂ ਤੋਂ 1 ਮਹੀਨੇ ਤੋਂ ਕਹਿ ਰਹੇ ਨੇ, ਜਦੋਂ ਤੋਂ ਉਹਨਾਂ ਨੇ ਅੰਦੋਲਨ ਕੀਤਾ ਵੀ ਜਿੱਥੇ ਸਾਨੂੰ ਰੋਕਿਆ ਸੀ ਉੱਥੇ ਬਹਿ ਜਾਣਾ। ਹੁਣ ਜੇ ਕਿਸਾਨਾਂ ਨੂੰ ਰੋਕਿਆ ਗਿਆ, ਮੰਨ ਲਓ ਅੰਬਾਲਾ ਜਾਂਦੇ ਹੋਏ ਸ਼ੰਭੂ ਬੈਰੀਅਰ ਤੇ ਅੱਗੇ ਨਾ ਜਾਣ ਦਿੱਤਾ ਗਿਆ, ਕਿਸਾਨਾਂ ਨੇ ਬਹਿ ਜਾਣਾ ਉੱਥੇ। ਜਿੰਨੇ ਰਸਤੇ ਦਿੱਲੀ ਨੂੰ ਜਾਂਦੇ ਆ, ਕਿਸਾਨ ਅਗਰ ਉੱਥੇ ਬਹਿ ਗਏ, ਰਸਤੇ ਜਾਮ ਹੋ ਗਏ, ਫਿਰ ਤਾਂ ਜਦ ਤੱਕ ਕਿਸਾਨ ਨਹੀਂ ਉੱਠਦੇ ਜਾਂ ਸਰਕਾਰ ਸਖਤੀ ਕਰੂਗੀ। ਜੇ ਸਰਕਾਰ ਸਖਤੀ ਕਰੂਗੀ, ਅੰਦੋਲਨ ਹੋਰ ਭਖੂਗਾ ਕਿਸਾਨਾਂ ਦਾ।
ਸੋ ਇਸ ਕਰਕੇ ਸਰਕਾਰ ਨੂੰ ਹੁਣ ਮੈਨੂੰ ਇਹ ਲੱਗਦਾ ਵਿੱਚ ਦਾ ਇਹ ਕੱਢਣਾ ਚਾਹੀਦਾ ਕਿ ਸਰਕਾਰ ਆਪ ਮਦਦ ਕਰੇ, ਜਾਂ ਜਿਵੇਂ ਮੈਂ ਪਹਿਲਾਂ ਕਿਹਾ ਸੀ, ਜਿਹੜੀ ਗਲਤੀ ਰਾਹੁਲ ਗਾਂਧੀ ਔਰ ਮਨਮੋਹਨ ਸਿੰਘ ਨੇ ਕੀਤੀ ਸੀ, ਮੋਦੀ ਸਾਹਿਬ ਉਹ ਗਲਤੀ ਨਾ ਕਰਨ। ਮੈਨੂੰ ਲੱਗਦਾ ਕਰਦੇ ਨਹੀਂ। ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਪੂਰੇ ਸਿਖਰਾਂ ਤੇ ਸੀ, ਰਾਹੁਲ ਗਾਂਧੀ ਆ ਕੇ ਬਹਿ ਜਾਂਦਾ ਅੰਨਾ ਹਜ਼ਾਰੇ ਸਾਹਿਬ ਕੋਲੇ, ਮਨਮੋਹਨ ਸਿੰਘ ਹੁਣੀ ਆ ਕੇ ਬਹਿ ਜਾਂਦੇ ਅੰਨਾ ਹਜ਼ਾਰੇ ਕੋਲੇ ਵੀ ਗੱਲ ਤੁਹਾਡੀ ਠੀਕ ਹੈ, ਸਾਡੀ ਕਮਜ਼ੋਰੀ ਰਹੀ ਹੈ। ਅੰਨਾ ਹਜ਼ਾਰੇ ਮਨਮੋਹਨ ਸਿੰਘ ਤੋਂ ਵੀ ਸਿਆਣੀ ਉਮਰ ਦੇ ਹੀ ਹੋਣੇ, ਮੈਨੂੰ ਲੱਗਦਾ ਸਾਲ 2 ਸਾਲ ਵੱਡੇ ਹੀ ਹੋਣੇ ਆ। ਚਲੋ ਜੇ ਛੋਟੇ ਵੀ ਹੋਣ ਕੋਈ ਫਰਕ ਨਹੀਂ ਪੈਂਦਾ ਉਮਰਾਂ ਦਾ। ਮਨਮੋਹਨ ਸਿੰਘ ਤਾਂ ਵੈਸੇ ਹੀ ਐਡੇ ਨਿਮਰ ਨੇ। ਅਗਰ ਉਦੋਂ ਕਾਂਗਰਸ ਦਾ ਪ੍ਰਧਾਨ ਭਾਵੇਂ ਸੋਨੀਆ ਗਾਂਧੀ ਆ ਜਾਂਦੀ, ਅੰਨਾ ਹਜ਼ਾਰੇ ਦੇ ਅੰਦੋਲਨ 'ਚ ਗੱਲ ਨਿਬੜ ਜਾਣੀ ਸੀ। ਗੱਲ ਕਾਂਗਰਸ ਦੇ ਸਫਾਏ ਦੀ ਨਹੀਂ ਸੀ ਆਣੀ। ਅੱਜ ਜਿਹੜਾ ਮੁਲਕ 'ਚ ਕਾਂਗਰਸ ਦਾ ਸਫਾਇਆ ਹੋ ਰਿਹਾ ਨਾ, ਆ 50 ਸੀਟਾਂ ਤੋਂ ਘਟ ਗਈ ਪਾਰਲੀਮੈਂਟ 'ਚ ਕਾਂਗਰਸ, ਇਹ ਇਸ ਅੜੀਅਲ ਰਵੱਈਏ ਕਰਕੇ ਹੋਇਆ। ਪੂਰੇ ਮੁਲਕ 'ਚ ਉਦੋਂ ਸਰਕਾਰ ਸੀ ਕਾਂਗਰਸ ਦੀ, ਕਿੰਨੇ ਲੀਡਰਾਂ ਦੇ ਨਾਮ ਘੁਟਾਲੇ ਚਾਹੇ, ਭਾਵੇਂ ਕਈ ਸਾਬਤ ਨਹੀਂ ਹੋਏ ਅਦਾਲਤਾਂ 'ਚ, ਉਹ ਗੱਲਾਂ ਬਾਅਦ ਦੀਆਂ ਨੇ। ਇਲਜ਼ਾਮ ਲੱਗੇ, ਇਲਜ਼ਾਮ ਦਰੁਸਤੀ ਤਾਂ ਕਰੋ। ਤੁਹਾਡਾ ਐਡਮਿਨਿਸਟ੍ਰੇਟਿਵ ਇਹੋ ਜਿਹਾ ਤਾਂ ਹੋਵੇ, ਲੋਕ ਤੁਹਾਡੀ ਐਡਮਿਨਿਸਟ੍ਰੇਸ਼ਨ ਤੇ ਭਰੋਸਾ ਕਰਨ, ਭਾਵੇਂ ਤੁਸੀਂ ਕਰਪਟ ਨਾ ਹੀ ਹੋਵੋ, ਲੋਕ ਤੁਹਾਡੇ ਤੇ ਭਰੋਸਾ ਤਾਂ ਕਰਨ। ਹੁਣ ਉਸੇ ਤਰ੍ਹਾਂ ਦਾ ਟੈਸਟ ਇਮਤਿਹਾਨ ਮੋਦੀ ਸਾਹਿਬ ਦਾ। ਮੋਦੀ ਸਾਹਿਬ ਨੇ ਕਿੰਨੇ ਵੱਡੇ ਵੱਡੇ ਫੈਸਲੇ ਕਰਤੇ ਦੇਖੋ ਮੁਲਕ 'ਚ। ਆਹ ਫੈਸਲਾ ਕਰ ਦੇਣ ਮੋਦੀ ਸਾਹਿਬ, ਹੀਰੋ ਬਣ ਜਾਣਗੇ। ਹੋਰ ਪੰਜਾਬ ਦੀ ਕਿਸਾਨੀ ਲੱਡੂ ਵੰਡੂ ਮੋਦੀ ਸਾਹਿਬ ਦੇ ਨਾਂ ਤੇ। ਬਿਲਕੁਲ। ਤੇ ਡੱਲਰ ਜੀ ਇੱਕ ਹੁਣ ਦੇਖੋ, ਹੁਣ ਨਿਰਭਰ ਇਹ ਕਰਦਾ ਕਿ ਨਰਿੰਦਰ ਮੋਦੀ ਆਪ ਅੱਗੇ ਹੋ ਕੇ ਕਿਸਾਨਾਂ ਦੀ ਬਾਂਹ ਫੜਨ, ਕੋਈ ਵਿਉਂਤਬੰਦੀ ਬਣਾਉਣ ਵੀ ਕਿਸਾਨ ਆਪਣਾ ਸ਼ਾਂਤੀਪੂਰਵਕ ਅੰਦੋਲਨ ਕਰਨ ਵੀ ਆ ਜਾਣ ਤੇ ਮੋਦੀ ਸਾਹਿਬ ਉਹਨਾਂ ਕੋਲੇ ਚਲੇ ਜਾਣ, ਜਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੱਡਾ ਸਾਹਿਬ ਚਲੇ ਜਾਣ। ਨੱਡਾ ਸਾਹਿਬ ਆਪ ਜਾਣ, ਕਿਸਾਨਾਂ ਦਾ ਵੈਲਕਮ ਕਰਨ, ਜਿਵੇਂ ਪੰਜਾਬ ਵਾਲੇ ਪ੍ਰਕਾਸ਼ ਸਿੰਘ ਬਾਦਲ ਕਰਦੇ ਨੇ। ਜੇ ਬਾਦਲ ਮੁੱਖ ਮੰਤਰੀ ਹੁੰਦੇ, ਉਹਨਾਂ ਨੇ ਕਿਸਾਨਾਂ ਦੇ ਸਵਾਗਤ ਲਈ ਆਪ ਖੜ ਜਾਣਾ ਸੀ ਵੀ ਲਓ ਆ ਜਾਓ। ਬਿਲਕੁਲ। ਸੋ ਕੁਝ ਚੀਜ਼ਾਂ ਹਰ ਲੀਡਰ 'ਚ ਚੰਗੀਆਂ ਹੁੰਦੀਆਂ ਨੇ। ਪ੍ਰਕਾਸ਼ ਸਿੰਘ ਬਾਦਲ ਨੂੰ ਸਮਰੱਥਾ ਸੀ ਕਿ ਕਿਵੇਂ ਨਜਿੱਠਣਾ ਇਹਨਾਂ ਚੀਜ਼ਾਂ ਨੂੰ। ਦੋ ਹੀ ਤਰੀਕੇ ਨੇ, ਜਾਂ ਤੁਸੀਂ ਪ੍ਰਸ਼ਾਸਨ ਨਾਲ ਅਮਨ ਕਾਨੂੰਨ ਦੇ ਨਾਲ ਨਜਿੱਠੋਗੇ, ਜਾਂ ਤੁਸੀਂ ਗਲਵੱਕੜੀ ਪਾ ਕੇ ਗੱਲਬਾਤ ਨਾਲ, ਡਾਇਲੋਗ ਨਾਲ। ਹੁਣ ਇੱਥੇ ਡਾਇਲੋਗ ਜ਼ਰੂਰੀ ਹੈ। ਬਿਲਕੁਲ। ਤੇ ਡੱਲਾ ਜੀ ਇੱਕ ਪਾਸੇ ਜਿੱਥੇ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਮਨਾਉਣ ਦੀਆਂ ਗੱਲਾਂ ਕੁਝ ਕੁ ਭਾਜਪਾ ਆਗੂਆਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ, ਮੀਟਿੰਗ ਦਾ ਵੀ ਸੱਦਾ ਆ ਗਿਆ, ਤੇ ਕੁਝ ਕੁ ਭਾਜਪਾ ਆਗੂ ਅਜਿਹੇ ਵੀ ਨੇ ਜਿਹੜੇ ਕਿਸਾਨਾਂ ਨੂੰ ਲੈ ਕੇ ਬੜੇ ਤੱਤੇ ਬਿਆਨ ਦਿੰਦੇ ਨੇ। ਦੇਖੋ, ਜਦੋਂ ਆਪਾਂ ਰੇਹੜੀ ਤੋਂ ਖੀਰੇ ਖਰੀਦਦੇ ਆ ਨਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੀ। ਕਈ ਦੇਖਣ ਨੂੰ ਚੰਗੇ ਨਹੀਂ ਹੁੰਦੇ, ਕਈ ਖਾਣ ਲੱਗੇ ਕੌੜੇ ਨਿਕਲਦੇ ਜੀ। ਜਿੰਨਾ ਮਰਜ਼ੀ ਘਸਾਈ ਚੱਲੋ ਫਾੜੀ ਕੱਟ ਕੇ ਇੱਕ ਦੂਜੇ ਉੱਤੇ। ਸੋ ਬੀਜੇਪੀ 'ਚ ਵੀ ਕਈ ਲੀਡਰ ਨੇ ਜਿਹੜੇ ਤੱਤੇ ਬਿਆਨ ਦਿੰਦੇ ਨੇ। ਅੱਜ ਵੀ ਇੱਕ ਮੈਂ ਲੀਡਰ ਦਾ ਨਾਮ ਤਾਂ ਨਹੀਂ ਲੈਂਦਾ, ਇੱਕ ਲੀਡਰ ਕਿਸੇ ਚੈਨਲ ਤੇ ਇੰਟਰਵਿਊ ਦੇ ਰਿਹਾ ਸੀ, ਕਹਿੰਦਾ ਜੇ ਰਾਜਸਥਾਨ 'ਚ, ਹਰਿਆਣੇ 'ਚ ਕਿਸਾਨਾਂ ਤੇ ਪਰਚੇ ਦਰਜ ਹੋ ਰਹੇ ਨੇ, ਤੇ ਉਹ ਕਹਿੰਦਾ ਪੰਜਾਬ 'ਚ ਕਿਸਾਨ ਤੈਅ ਕਰਨਗੇ ਵੀ ਰੇਲਾਂ ਕਦੋਂ ਚੱਲਣਗੀਆਂ। ਕਹਿੰਦਾ ਪਰਚੇ ਦੇਣੇ ਚਾਹੀਦੇ ਪੰਜਾਬ ਦੇ ਕਿਸਾਨਾਂ ਤੇ ਵੀ। ਹੁਣ ਉਹ ਲੀਡਰ ਸਾਹਿਬ ਨੂੰ ਇਹ ਸਮਝਾਉਣ ਦੀ ਲੋੜ ਹੈ ਵੀ ਕਿਸਾਨ ਪੂਰੇ ਦੇਸ਼ ਨੂੰ ਬਚਾਉਣ ਵਾਲਾ ਹੈ। ਠੀਕ ਹੈ, ਕਿਸਾਨ ਨਹੀਂ ਤੈਅ ਕਰ ਸਕਦਾ ਕਿ ਰੇਲਾਂ ਚੱਲਣਗੀਆਂ ਜਾਂ ਨਹੀਂ ਚੱਲਣਗੀਆਂ। ਤੁਸੀਂ ਕਿਸਾਨ ਤੋਂ ਪੁੱਛ ਕੇ ਖੇਤੀ ਕਾਨੂੰਨ ਤੈਅ ਕੀਤੇ ਆ, ਤੁਸੀਂ ਵੀ ਮਰਜ਼ੀ ਨਾਲ ਬਣਾਤੇ। ਪਹਿਲਾਂ ਆਰਡੀਨੈਂਸ ਲਿਆਂਦਾ, ਤੁਸੀਂ ਦੱਸੋ ਕਿਹੜੀ ਡਿਬੇਟ ਕੀਤੀ ਹੈ, ਕਿਸਾਨਾਂ ਨਾਲ ਡਿਸਕਸ਼ਨ ਕੀਤੀ ਹੈ ਪਾਰਲੀਮੈਂਟ 'ਚ। ਆਰਡੀਨੈਂਸ ਆਉਣ ਤੋਂ ਪਹਿਲਾਂ ਕਿਹੜੀਆਂ ਬਹਿਸਾਂ ਹੋਈਆਂ ਨੇ ਮੁਲਕ 'ਚ, ਕਿਹੜਾ ਤੁਹਾਡੇ ਏਜੰਡੇ 'ਚ ਰਿਹਾ ਇਹ ਕੰਮ। ਥਾਂ ਥਾਂ ਮੀਟਿੰਗਾਂ, ਨੁੱਕੜ ਰੈਲੀਆਂ ਕੀਤੀਆਂ ਨੇ। ਜਿਹੜੀਆਂ ਮੀਟਿੰਗਾਂ ਤੁਸੀਂ ਬਾਅਦ 'ਚ ਕਰਦੇ ਰਹੇ ਹੋ ਬੀਜੇਪੀ ਵਾਲੇ ਲੋਕਾਂ ਨੂੰ ਸਮਝਾਉਣ ਲਈ, ਉਹ ਪਹਿਲਾਂ ਕਰ ਲੈਂਦੇ ਵੀ ਅਸੀਂ ਆਹ ਕੁਛ ਕਰਨ ਜਾ ਰਹੇ ਹਾਂ। ਕੁੜਤਾ ਪਜਾਮਾ ਬਣਾਉਣ ਤੋਂ ਪਹਿਲਾਂ ਅਸੀਂ ਨਾਪ ਦੇ ਕੇ ਆਉਂਦੇ ਹਾਂ ਨਾ ਦਰਜੀ ਨੂੰ। ਤੁਸੀਂ ਦਿਆਓ ਕੱਪੜਾ, ਉਹਨੂੰ ਕਹੋ ਆਪਣੇ ਕੋਲੋਂ ਬਣਾ ਦੀ ਸੂਟ, ਫਿਰ ਦੇਖੋ ਕੀ ਹੁੰਦਾ। ਸੋ ਇਸ ਕਰਕੇ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬੀਜੇਪੀ ਦੇ ਲੀਡਰਾਂ ਨੂੰ ਕਿ ਕਿਸਾਨ ਤੇ ਪਰਚਾ ਦੇ ਦੇਣਾ ਚਾਹੀਦਾ। ਇਹੋ ਜਿਹੇ ਲੀਡਰ, ਮੈਨੂੰ ਲੱਗਦਾ ਕਈ ਇਹੋ ਜਿਹੇ ਲੀਡਰ ਬੀਜੇਪੀ ਦੀ ਇਮੇਜ ਨੂੰ ਵੀ ਖਰਾਬ ਕਰ ਰਹੇ ਆ। ਹੈ ਜੀ। ਸੋ ਫੁੱਲ ਜਿਹੜਾ ਖਿੜਿਆ ਹੈ, ਫੁੱਲ ਦੀਆਂ ਜੜ੍ਹਾਂ 'ਚ, ਕਲਮਾਂ 'ਚ ਖਾਦ ਪਾਓ। ਖਾਦ ਪਾਉਣੀ ਚਾਹੀਦੀ। ਹੁਣ ਆ ਖਾਦ ਦੀ ਗੱਲ ਆ ਗਈ, ਕਹਿੰਦੇ ਕਿ ਦੇਖੋ, ਕਹਿੰਦੇ ਨੇ ਆਪਣੀ ਗੱਲ, ਇਹਨਾਂ ਦੀ ਆਪਣੀ ਗੱਲ ਹੀ ਕੱਟੀ ਜਾਂਦੀ। ਹੁਣ ਜਿਹੜੇ ਬੀਜੇਪੀ ਵਾਲੇ ਕਹਿੰਦੇ ਆ ਵੀ ਇਹ ਖੇਤੀ ਕਾਨੂੰਨ ਬਹੁਤ ਲਾਹੇਵੰਦ ਨੇ, ਇਹ ਨਕਸ਼ਾ ਬਦਲ ਦੇਣਗੇ ਮੁਲਕ ਦਾ, ਤੁਸੀਂ ਦੱਸੋ। ਹਰਿਆਣੇ ਵਾਲੇ ਕਹਿੰਦੇ ਯੂਰੀਆ ਨਹੀਂ ਜਾਣ ਦੇਣੀ ਅਸੀਂ ਪੰਜਾਬ। ਹੈ ਜੀ। ਤੁਸੀਂ ਦੱਸੋ। ਮੋਦੀ ਸਾਹਿਬ ਕਹਿੰਦੇ 3 ਖੇਤੀ ਕਾਨੂੰਨ ਬਣ ਗਏ ਦੇਸ਼ 'ਚ, ਜਿੱਥੇ ਮਰਜ਼ੀ ਖੇਤੀ ਸਮਾਨ ਵੇਚੋ, ਖੇਤੀ ਉਪਜਾਂ ਵੇਚੋ। ਖਾਦ ਕੀ ਹੈ? ਖੇਤੀ ਉਤਪਾਦ ਹੀ ਹੈ। ਹੈ ਜੀ। ਖਾਦ ਦੀ ਕਿਹੜਾ ਅਸੀਂ ਸਬਜ਼ੀ ਬਣਾ ਕੇ ਖਾਣੀ ਪਨੀਰ ਨਾਲ, ਹੈ ਜੀ, ਜਾਂ ਦੁੱਧ 'ਚ ਪਾ ਕੇ ਪੀਣੀ ਖਾਦ। ਖਾਦ ਵੀ ਖੇਤੀ ਉਤਪਾਦ ਹੈ। ਖਾਦ ਕੀ ਹੈ? ਖੇਤੀ ਉਤਪਾਦ ਹੈ। ਪਰਚੇ ਕਰਤੇ ਕਈ ਕਿਸਾਨਾਂ ਤੇ, ਕਹਿੰਦੇ ਹਰਿਆਣੇ ਤੋਂ ਤੁਸੀਂ ਪੰਜਾਬ 'ਚ ਯੂਰੀਆ ਨਹੀਂ ਲਿਆ ਸਕਦੇ। ਆ ਖੇਤੀ ਕਾਨੂੰਨਾਂ ਦਾ ਫਾਇਦਾ ਕੀ ਹੈ ਫਿਰ?
ਖੇਤੀ ਕਾਨੂੰਨ ਕਹਿੰਦੇ ਮੁਲਕ 'ਚ, ਇਹ ਤਾਂ ਕਹਿੰਦੇ ਬੰਬੇ ਜਾ ਕੇ ਵੇਚ ਲਓ ਆਪਣਾ ਕਣਕ ਝੋਨਾ, ਕੋਈ ਨਹੀਂ ਤੁਹਾਨੂੰ ਰੋਕੂ। ਸਾਰੀਆਂ ਦੇਸ਼ ਦੀਆਂ ਮੰਡੀਆਂ ਖੁੱਲ ਗਈਆਂ, ਖਾਦਾਂ ਤਾਂ ਮੰਡੀਆਂ 'ਚ ਹੀ ਵਿਕਦੀਆਂ ਜੀ। ਖਾਦਾਂ ਕਿਹੜਾ ਵੱਡੇ ਵੱਡੇ ਜਿਹੜੇ ਸ਼ਾਪਿੰਗ ਮਾਲ ਹੈ ਉੱਥੋਂ ਮਿਲਣੀਆਂ। ਬਿਲਕੁਲ। ਸੋ ਜੇ ਖੇਤੀ ਕਾਨੂੰਨਾਂ ਦਾ ਐਡਾ ਫਾਇਦਾ ਹੈ, ਕਿਸਾਨਾਂ ਤੇ ਦੇਈ ਜਾਂਦੇ ਹੋ ਖਾਦ ਲਿਆਉਣ ਲਈ ਪਰਚੇ, ਆ ਹਰਿਆਣੇ ਵਾਲੇ ਪਰਚੇ ਹੀ ਦੇਈ ਜਾਂਦੇ, ਕਹਿੰਦੇ ਪੰਜਾਬ 'ਚ ਤੁਹਾਨੂੰ ਯੂਰੀਆ ਨਹੀਂ ਲਿਜਾਣ ਦੇਣੀ। ਦੱਸੋ, ਇਹੀ ਗੱਲਾਂ ਕਰਕੇ ਤਾਂ ਮਸਲੇ ਨਹੀਂ ਨਿਬੜਦੇ ਹੈ ਜੀ। ਜੀ। ਜੇ ਤੁਸੀਂ ਖਾਦ ਨਹੀਂ ਆਉਣ ਦੇਣੀ ਤੇ ਸਤਲੁਜ ਯਮੁਨਾ ਲਿੰਕ ਨਹਿਰ ਵੀ ਬਣਦੀ ਨਹੀਂ ਦਿਖਦੀ ਹਜੇ ਤਾਂ। ਬਿਲਕੁਲ। ਮਸਲੇ ਗੱਲਬਾਤ ਨਾਲ ਨਿਬੜਨੇ ਨੇ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਮਸਲਾ ਡਾਇਲੋਗ ਨਾਲ ਹੀ ਹੁੰਦਾ। ਆ ਦੇਖ ਲਓ, ਆਪਾਂ ਸੁਣ ਰਹੇ ਹਾਂ ਨਾ ਵੀ ਕੈਪਟਨ ਨੇ ਵੀ ਸੱਦ ਲਿਆ ਸਿੱਧੂ ਨੂੰ ਲੰਚ ਤੇ। ਕੈਪਟਨ ਨੇ ਕਿਉਂ ਸੱਦਿਆ ਸਿੱਧੂ ਨੂੰ ਲੰਚ ਤੇ? ਕਿਉਂਕਿ ਮਸਲੇ ਗੱਲਬਾਤ ਨਾਲ ਨਿਬੜਨੇ ਨੇ। ਮੰਤਰੀਆਂ ਨੇ ਕਿਉਂ ਸੱਦਿਆ ਸੀ ਕਿਸਾਨਾਂ ਨੂੰ ਪਹਿਲੀ ਮੀਟਿੰਗ ਤੇ? ਹੁਣ 3 ਦਸੰਬਰ ਦੀ ਮੀਟਿੰਗ ਫੇਰ ਰੱਖਤੀ ਤਾਂ ਕਿ ਲੋਕਾਂ 'ਚ ਇਹ ਸੁਨੇਹਾ ਜਾਵੇ ਵੀ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਤੁਰੰਤ ਸੁਨੇਹੇ ਦੇਣੇ ਚਾਹੀਦੇ ਨੇ। ਬੀਜੇਪੀ ਦੇ ਕੌਮੀ ਪ੍ਰਧਾਨ ਨੂੰ ਕਿਸਾਨਾਂ ਨਾਲ ਰਾਬਤਾ ਬਣਾਉਣਾ ਚਾਹੀਦਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮੋਦੀ ਸਾਹਿਬ ਕੋਲੇ ਲੈ ਜਾਓ। ਬਿਲਕੁਲ। ਮੋਦੀ ਸਾਹਿਬ ਕੋਲੇ ਲੈ ਜਾਓ। 29-30 ਕਿਸਾਨ ਜਥੇਬੰਦੀਆਂ ਦੇ ਆਗੂ ਨੇ। ਚਲੋ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਧ ਹੋਣਗੀਆਂ। ਮੈਂ ਅੱਗੇ ਵੀ ਕਿਹਾ ਸੀ ਕੋਈ ਵੱਡਾ ਪੈਲੇਸ ਕਰ ਲਓ, ਮੋਦੀ ਸਾਹਿਬ ਨੂੰ ਬੁਲਾ ਲਓ ਜੀ, ਜਾਂ ਬੀਜੇਪੀ ਦੇ ਪ੍ਰਧਾਨ ਨੂੰ ਬੁਲਾ ਲਓ। ਗੱਲਬਾਤ ਤੋਂ ਬਿਨਾਂ ਮਸਲਾ ਨਹੀਂ ਨਿਬੜਨਾ। ਔਰ ਜੇ ਖੇਤੀ ਕਾਨੂੰਨ ਤੁਸੀਂ ਕਹਿੰਦੇ ਹੋ ਐਡੇ ਲਾਹੇਵੰਦ ਨੇ, ਫਿਰ ਕਿਉਂ ਰੋਕਦੇ ਹੋ ਕਿਸਾਨਾਂ ਨੂੰ ਖਾਦ ਲਿਆਉਣ ਲਈ? ਇਹ ਬੀਜੇਪੀ ਦੇ ਲੀਡਰਾਂ ਨੂੰ ਸਵਾਲ ਦਾ ਜਵਾਬ ਜ਼ਰੂਰ ਦੇਣਾ ਬਣਦਾ ਹੈ ਜੀ। ਡਾਲਾ ਜੀ, ਇਸ ਦੇ ਨਾਲ ਹੀ ਜਿਹੜਾ ਰਿਸ਼ਤੇ ਨੂੰ ਕਦੇ ਘਿਓ ਖਿਚੜੀ ਦਾ ਜਾਂ 9 ਮਾਸ ਦਾ ਰਿਸ਼ਤਾ ਦੱਸਿਆ ਜਾਂਦਾ ਸੀ, ਹੁਣ ਉਹੀ ਰਿਸ਼ਤੇ ਜੋ ਵੱਖ ਹੋਏ। ਅਕਾਲੀ ਦਲ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਰੋਕਿਆ ਜਾਂਦਾ ਤਾਂ SGPC ਹੋਵੇ ਜਾਂ ਫਿਰ ਅਕਾਲੀ ਦਲ ਦੀ ਪੰਜਾਬ ਯੂਨਿਟ ਹੋਵੇ, ਉਹ ਲੰਗਰ ਪ੍ਰਸ਼ਾਦੇ ਦਾ ਜਾਂ ਉਹਨਾਂ ਦੇ ਸਾਰੇ ਰਹਿਣ ਸਹਿਣ ਦਾ ਪ੍ਰਬੰਧ ਕਰੇਗੀ। ਜੇ ਦਿੱਲੀ ਜਾਂਦੇ ਨੇ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਦੇਖੋ, ਇਹਦੇ 'ਚ ਮੈਂ 2 ਗੱਲਾਂ ਦੱਸਦਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ, ਉਹਨਾਂ ਦੇ ਪ੍ਰਧਾਨ ਵੱਲੋਂ ਕਿਹਾ ਗਿਆ, ਜਾਂ ਸੁਖਬੀਰ ਬਾਦਲ ਵੱਲੋਂ ਵੀ ਕਿਹਾ ਗਿਆ, ਇਹ ਬੜੀ ਚੰਗੀ ਗੱਲ ਹੈ ਜੀ। ਜ਼ਰੂਰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਪਰ ਕਿਸਾਨ ਵੀ ਸਮਰੱਥ ਹੋ ਕੇ ਜਾ ਰਹੇ ਨੇ। ਕਿਸਾਨ ਸਮਰੱਥ ਹੋ ਕੇ ਜਾ ਰਹੇ ਨੇ। ਟਰਾਲੀਆਂ ਭਰ ਸਾਡੀਆਂ ਬੀਬੀਆਂ, ਮਾਤਾਵਾਂ, ਭੈਣਾਂ ਨੇ ਪਿੰਡਾਂ 'ਚੋਂ ਥਾਂ ਤੋਂ ਰਸਦ ਇਕੱਠੀ ਕੀਤੀ, ਰਾਸ਼ਨ ਇਕੱਠਾ ਹੋਇਆ। ਸੋ ਬੜੀ ਚੰਗੀ ਗੱਲ ਹੈ। ਅਗਰ ਲੰਗਰ ਦੀ ਸੇਵਾ ਕਿਸਾਨਾਂ ਲਈ ਹੁੰਦੀ ਹੈ, ਇਹ ਤਾਂ ਹੋਰ ਚੰਗੀ ਗੱਲ ਹੈ। ਪਰ ਕਿਸਾਨ ਵੀ ਤਿਆਰੀ ਨਾਲ ਜਾ ਰਹੇ ਨੇ। ਦਿੱਲੀ 'ਚ ਵੀ ਇਹ ਸੇਵਾ ਜ਼ਰੂਰ ਕਰਨਗੇ। ਆ ਤੁਸੀਂ ਦੇਖੋ, ਜਦੋਂ ਆ ਮਹਾਮਾਰੀ ਫੈਲੀ, ਸਾਡੇ ਗੁਰੂ ਘਰਾਂ 'ਚੋਂ ਕਿੰਨੇ ਲੰਗਰ ਦੀ ਸੇਵਾ ਹੋਈ ਜੀ। ਬਿਲਕੁਲ ਹੈ ਜੀ। ਕੋਈ ਇਹਦੀ ਮਿਸਾਲ ਦੁਨੀਆ 'ਚ ਕਿਤੇ ਹੈ ਹੋਰ? ਬਿਲਕੁਲ ਹੈ ਜੀ। ਦਿੱਲੀ 'ਚ ਦੇਖ ਲਓ ਕਿਵੇਂ ਲੋਕਾਂ ਦੀ। ਸੋ ਇਸ ਕਰਕੇ ਇਹ ਚਲੋ ਚੰਗੀ ਗੱਲ ਹੈ। ਉਹਨਾਂ ਨੇ ਇਹ ਜਿਹੜਾ ਇਸ ਮੌਕੇ ਦੇ ਉੱਤੇ, ਦੇਖੋ ਇਹ ਮੌਕਾ ਰਾਜਨੀਤੀ ਕਰਨ ਵਾਲਾ ਤਾਂ ਹੈ ਹੀ ਨਹੀਂ। ਇਸ ਮੌਕੇ ਤੇ ਮਿਲ ਜੁਲ ਕੇ ਇੱਕ ਦੂਜੇ ਦੀ ਮਦਦ ਕਰਨ ਦੀ ਲੋੜ ਹੈ ਤਾਂ ਕਿ ਸਰਕਾਰ ਜਿਹੜੀ ਸਾਡੀ ਹੈ ਉਹ ਸਾਡੀ ਗੱਲ ਸਮਝ ਲੇ। ਸੋ ਜੇ ਸਰਕਾਰ ਗੱਲ ਸਮਝ ਗਈ ਹੈ, ਮਸਲਾ ਨਿਬੜ ਜਾਣਾ ਜੀ। ਬਿਲਕੁਲ ਡੱਲਾ ਸਾਹਿਬ, ਤੇ ਆਖਰੀ ਸਵਾਲ ਦੇ ਵੱਲ ਵਧੂੰਗਾ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਸਵਾਲ ਕੀਤੇ ਗਏ ਨੇ। ਉਹਨਾਂ 'ਚੋਂ ਵੱਡਾ ਸਵਾਲ ਹੈ ਕਿ ਜੇਕਰ ਪੰਜਾਬ ਦੇ ਵਿੱਚੋਂ ਜੀਰੀ ਬਾਹਰ ਜਾ ਸਕਦੀ ਹੈ ਟਰੱਕਾਂ ਦੇ ਜ਼ਰੀਏ, ਤੇ ਪੰਜਾਬ ਦੇ ਵਿੱਚ ਆ ਵੀ ਸਕਦੀ ਹੈ, ਤਾਂ ਪੰਜਾਬ ਦੇ ਵਿੱਚ ਯੂਰੀਆ ਜਾਂ ਖਾਦ ਕਿਉਂ ਨਹੀਂ ਟਰੱਕਾਂ ਦੇ ਜ਼ਰੀਏ ਆ ਸਕਦੀ? ਦੇਖੋ, ਇਹ 2 ਉਦਾਹਰਨਾਂ ਨੇ ਜੀ। ਉਹ ਇਸ ਕਰਕੇ ਹੈ, ਕਣਕ ਝੋਨਾ, ਕਿਉਂਕਿ ਉਹ ਸਾਡੀਆਂ ਪਰੰਪਰਾਗਤ ਫਸਲਾਂ ਨੇ। ਕਣਕ ਝੋਨਾ ਜਦੋਂ ਬਾਹਰੋਂ ਆ ਕੇ ਵਿਕਦਾ ਹੈ, ਉਹ ਕਿਉਂ ਵਿਕੇ ਪੰਜਾਬ 'ਚ ਆ ਕੇ? ਪਹਿਲੀ ਤਾਂ ਗੱਲ ਇਹ ਹੈ ਜੀ। ਕਿਸਾਨਾਂ ਦਾ ਇਹ ਕਹਿਣਾ ਸੀ ਵੀ ਉਹ ਕਿਉਂ ਵਿਕੇ। ਹੁਣ ਤੁਸੀਂ ਦੇਖੋ, ਰਿਕਾਰਡ ਤੋੜ ਝੋਨਾ ਖਰੀਦਿਆ ਗਿਆ ਨਾ, ਪੰਜਾਬ ਵਾਲਿਆਂ ਦਾ ਰਹਿ ਗਿਆ। ਅਸੀਂ ਤਾਂ ਪੈਦਾ ਹੀ ਕਣਕ ਝੋਨਾ ਕਰਦੇ ਹਾਂ ਜ਼ਿਆਦਾ, ਅਸੀਂ ਦੇਸ਼ ਲਈ ਪੈਦਾ ਕਰਦੇ ਹਾਂ। ਯੂਰੀਆ ਸਾਨੂੰ ਮਿਲਿਆ ਨਹੀਂ, ਸਾਡੇ ਤੱਕ ਪਹੁੰਚਿਆ ਨਹੀਂ, ਗੱਡੀਆਂ ਖਰਾਬ ਸੀ। ਵੇਖੋ, ਜੇ ਕਿਸੇ ਕਿਸਾਨ ਨੇ ਕਿਤੋਂ ਬੋਰੀ ਲਿਆ ਕੇ 2 ਬੋਰੀ ਲਿਆ ਕੇ ਝੋਨਾ ਵੇਚ ਲਿਆ, ਉਹ ਪੰਜਾਬ ਦੇ ਕਿਸਾਨਾਂ ਨੇ ਇਤਰਾਜ਼ ਨਹੀਂ ਕਰਨਾ ਜੀ। ਕਿਸਾਨਾਂ ਨੇ ਕਿਹਦਾ ਇਤਰਾਜ਼ ਕੀਤਾ? ਜਿਹੜੇ ਵਪਾਰੀ ਸੀ ਵੀ ਯੂਪੀ ਬਿਹਾਰ ਚੋਂ 1000 ਰੁਪਏ ਦਾ ਝੋਨਾ ਚੱਕ ਲਿਆ, 1000 ਰੁਪਏ ਕੁਇੰਟਲ, ਤੇ ਪੰਜਾਬ 'ਚ ਆ ਕੇ ਉਹਨੂੰ 1800-1900 ਤੇ ਵੇਚ ਲਿਆ। ਉਹਦਾ ਵਿਰੋਧ ਹੋਇਆ। ਜੇ ਕਿਸਾਨ ਝੋਨਾ ਲੈ ਕੇ ਆਉਂਦਾ, ਕਿਸੇ ਨੇ ਵਿਰੋਧ ਨਹੀਂ ਸੀ ਕਰਨਾ। ਕਿਸਾਨ ਤਾਂ ਆਪਣਾ ਜਿੰਨੀ ਉਹਦੀ ਉਤਪਾਦਨ ਸੀ, 1 ਏਕੜ 2 ਏਕੜ 4 ਏਕੜ ਦਾ, ਉਹ ਲੈ ਕੇ ਆਉਣਾ ਸੀ। ਕਿਸਾਨ ਨੇ ਟਰੱਕਾਂ ਦੀਆਂ ਲੈਣਾ ਥੋੜੀ ਲਾਉਣੀਆਂ ਸੀ। ਉਹਦਾ ਵਿਰੋਧ ਹੋਇਆ ਕਿਉਂਕਿ ਖੇਤੀ ਕਾਨੂੰਨਾਂ ਦੇ ਵਿੱਚ ਗੱਲ ਇਹ ਆ ਰਹੀ ਹੈ ਕਿ MSP ਖਰਾਬ ਹੋਊਗੀ, ਸਰਕਾਰ ਝੋਨਾ ਚੱਕੂ ਨਹੀਂ, ਪ੍ਰਾਈਵੇਟ ਅਦਾਰੇ ਆਉਣਗੇ ਨਹੀਂ। ਹੁਣ ਤੁਸੀਂ ਦੱਸੋ, ਇਹ ਖੇਤੀ ਕਾਨੂੰਨ ਜੇ ਐਡੇ ਲਾਹੇਵੰਦ ਸੀ ਤੇ ਯੂਪੀ ਦਾ ਝੋਨਾ ਪੰਜਾਬ 'ਚ ਆਵੇ ਕਿਉਂ? ਬਿਲਕੁਲ। ਫਿਰ ਯੂਪੀ 'ਚ ਵਿਕ ਜਾਂਦਾ ਨਾ ਉਹ ਇਸ ਕਰਕੇ ਵਿਰੋਧ ਸੀ ਵੀ ਤੁਹਾਡੇ ਕਾਨੂੰਨ ਗਲਤ ਨੇ।
ਉਹ ਹਰਿਆਣੇ ਦਾ ਜਾਂ ਯੂਪੀ ਦਾ ਜਾਂ ਬਿਹਾਰ ਦਾ ਜਾਂ ਰਾਜਸਥਾਨ ਦਾ ਵਿਰੋਧ ਨਹੀਂ ਸੀ, ਉਹ ਖੇਤੀ ਕਾਨੂੰਨਾਂ ਦਾ ਵਿਰੋਧ ਸੀ। ਪਰ ਯੂਰੀਆ ਦਾ ਇਹਦੇ ਨਾਲ ਸੰਬੰਧ ਨਹੀਂ। ਯੂਰੀਆ ਦਾ ਅਸਰ ਨੁਕਸਾਨਦਾਇਕ ਦਿਖ ਰਿਹਾ। ਖੇਤੀ ਕਾਨੂੰਨ ਕਹਿੰਦੇ ਜਿੱਥੇ ਮਰਜ਼ੀ ਜਾਓ ਜੀ, ਯੂਰੀਆ ਇੱਥੇ ਆਉਣ ਨਹੀਂ ਦੇ ਰਹੀ। ਯੂਰੀਆ ਤਾਂ ਲੋੜ ਹੈ ਖੇਤੀ ਬੀਜਣ ਲਈ। ਦੋਨਾਂ ਨੂੰ ਸਾਨੂੰ ਅਲੱਗ-ਅਲੱਗ ਸੰਦਰਭ 'ਚ ਦੇਖਣਾ ਪਊਗਾ। ਸੰਘਰਸ਼ ਤਾਂ MSP ਕਣਕ ਝੋਨੇ ਕਰਕੇ ਸੀ। ਯੂਪੀ ਬਿਹਾਰ 'ਚ ਵਿਕਣਾ ਚਾਹੀਦਾ ਸੀ ਕਣਕ ਝੋਨਾ, ਜਿਵੇਂ ਯੂਰੀਆ ਪੰਜਾਬ 'ਚ ਵੀ ਆਉਣੀ ਚਾਹੀਦੀ ਸੀ, ਉਵੇਂ ਹੀ ਝੋਨਾ ਯੂਪੀ ਬਿਹਾਰ 'ਚ ਵਿਕਣਾ ਚਾਹੀਦਾ ਸੀ। ਜੇ ਯੂਪੀ ਬਿਹਾਰ 'ਚ ਝੋਨਾ ਵਿਕਦਾ ਤਾਂ ਪੰਜਾਬ ਆਉਂਦਾ ਤੇ ਯੂਰੀਆ ਪੰਜਾਬ ਆਉਣੀ ਚਾਹੀਦੀ ਸੀ। ਜੇ ਯੂਰੀਆ ਪੰਜਾਬ 'ਚ ਆਉਂਦੀ ਤੇ ਸਾਨੂੰ ਹਰਿਆਣਿਓਂ ਲਿਆਉਣ ਦੀ ਲੋੜ ਪੈਂਦੀ। ਬਿਲਕੁਲ। ਤੇ ਜੇ ਮੰਡੀਆਂ ਖੁੱਲੀਆਂ ਨੇ ਤੇ ਫਿਰ ਯੂਰੀਆ ਲਈ ਕਿਉਂ ਰੋਕਿਆ ਜਾ ਰਿਹਾ? ਤੇ ਜੇ ਮੰਡੀਆਂ ਖੁੱਲੀਆਂ ਨੇ, ਝੋਨਾ ਵੀ ਵਿਕਣ 'ਤੇ ਕਿਸੇ ਨੇ ਇਤਰਾਜ਼ ਨਹੀਂ ਸੀ ਕਰਨਾ। ਵਪਾਰੀ ਇੱਕ ਥਾਂ ਤੋਂ ਖਰੀਦ ਕੇ ਦੂਜੀ ਥਾਂ ਵੇਚਣ ਆ ਰਿਹਾ। ਜੀ, ਤੁਸੀਂ ਗੱਲ ਸਮਝ ਗਏ ਨਾ? ਬਿਲਕੁਲ। ਕਿਸਾਨਾਂ ਦਾ ਇਹੀ ਤਾਂ ਖਤਰਾ ਹੈ ਕਿ ਵਪਾਰੀ ਸਾਡੀ ਲੁੱਟ ਖਸੁੱਟ ਕਰੂਗਾ, ਇੱਥੋਂ ਸਸਤਾ ਖਰੀਦੂਗਾ, ਮਹਾਰਾਸ਼ਟਰ 'ਚ ਮਹਿੰਗਾ ਵੇਚੂਗਾ, ਰਾਜਸਥਾਨ ਤੋਂ ਸਸਤਾ ਖਰੀਦੂਗਾ, ਅੰਮ੍ਰਿਤਸਰ ਮਹਿੰਗਾ ਵੇਚੂਗਾ। ਜੀ, ਇਹੀ ਤਾਂ ਖਤਰਾ ਹੈ ਵਪਾਰੀਆਂ ਤੋਂ। ਜੀ ਜੀ ਬਿਲਕੁਲ। ਸੋ ਕਿਸਾਨ ਜਥੇਬੰਦੀਆਂ ਦਾ ਦਿੱਲੀ ਦਾ ਧਰਨਾ ਪ੍ਰਦਰਸ਼ਨ ਅੱਜ ਤੋਂ ਆਰੰਭ ਹੋ ਜਾਣਾ ਹੈ। ਸੋ ਕਿਸਾਨ ਜਥੇਬੰਦੀਆਂ ਨੇ ਕਈ ਜਗ੍ਹਾ ਤੋਂ ਚਾਲੇ ਵੀ ਪਾ ਲਏ ਨੇ। ਹੁਣ ਨਿਗਾਹਾਂ ਸਭ ਦੀਆਂ ਛੋਟੇ ਭਰਾ ਦੇ ਵੱਲ ਨੇ, ਕਿਉਂਕਿ ਹਰਿਆਣੇ ਨੂੰ ਛੋਟਾ ਭਰਾ ਕਿਹਾ ਜਾਂਦਾ ਹੈ ਪੰਜਾਬ ਦਾ। ਸੋ ਛੋਟਾ ਭਰਾ ਆਪਣੇ ਵਿਹੜੇ ਦੇ ਵਿੱਚੋਂ ਕਿਸਾਨਾਂ ਨੂੰ ਲੰਘਣ ਦਿੰਦਾ ਜਾਂ ਫਿਰ ਨਹੀਂ, ਇਸ ਦੇ ਉੱਤੇ ਜ਼ਰੂਰ ਨਿਗਾਹਾਂ ਬਣੀਆਂ ਰਹਿਣਗੀਆਂ ਤੇ ਕੀ ਕੁਝ ਵਾਪਰੇਗਾ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਕੱਲੀ ਗੱਲ ਤੁਹਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਦੱਸੀਏ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਧੰਨਵਾਦ।